ਗੁਰੂ ਜੀ ਨੀਲਕੰਠ ਅੱਛਾ ਨੀਲੇ ਕਰੀ ਛੱਟੀ फिर बाला पिछे हो जाए पिछे नूं करते पिछे ये पिछ हाँ मैट ते रखा इत्थे बैठे सतनाम श्री वाहिगुरु जी सतनाम श्री वाहिगुरु जी एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप पाद सच जुगाद सच है भी सच नानक होसी भी सच सजन सचा पातशाह सिर साहंद साहो जिस पास बैठिया सोईए सबना सतनाम श्री वाहिगुरु साहिब जीओ सलोका संत उद्धरण दयालं आसरं गोपाल कीर्तन है निर्मलं संत संगेन ओट नानक परमेश्वर है संत उद्धरण दयालं वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल शब्द अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़न बैठी गुरु खालसा सत संगत जी हो आओ बड़े प्यार सत्कार दे नाल अमृत बाणी हर हर तेरी सुन सुन होवे परम गत मेरी जलन बुझी शीतल होय मनुआ सतगुर का दर्शन पाई जियो सतगुਰਾਂ ਦੇ ਪਿਤਰ ਅੰਮ੍ਰਿਤ ਬਾਣੀ की कथा विचार व्याख्या सो श्रवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ
ਸਲੋਕ ਸੰਤ ਉਦਰਣੰ ਦਿਆਲੰ। ਸਾਧ ਸੰਗਤ ਜੀਓ, ਜੈਸਰੀ ਦੀ ਵਾਰ ਦਾ ਇਹ 17ਵਾਂ ਸ਼ਲੋਕ ਹੈ। ਸਵੈ ਰੂਪ ਦੀ ਪ੍ਰਾਪਤੀ ਵਾਲੀ ਛੰਦ ਦਾ ਨਾਮ ਸ਼ਲੋਕ ਹੈ। ਗੁਰੂ ਸਾਹਿਬ ਜੀ ਸੱਚਖੰਡ ਲੋਕ ਜੋ ਮਹਾਰਾਜ ਜੀ ਦਾ ਨਿਜ ਲੋਕ ਹੈ, ਉਹਦੀ ਪ੍ਰਾਪਤੀ ਕਰਾਉਣ ਵਾਲੇ ਹਨ। ਐਸਾ ਪਾਵਨ ਸ਼ਲੋਕ ਉਚਾਰਨ ਕਰਦੇ ਨੇ। ਸੰਤ ਉਦਰਨ ਦੇ ਹਰਨ, ਜਿਹੜੇ ਮਹਾਤਮਾ ਜਨ ਹਰ ਵਕਤ ਦਿਆਲੂ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹ ਸੰਤ ਮਹਾਰਾਜ ਜੀ ਨੂੰ ਉਧਾਰ ਦਿੱਤੇ ਨੇ। ਆਸਰੰ ਗੋਪਾਲ ਕੀਰਤਨ ਹੈ, ਜਿਹੜੇ ਮਹਾਤਮਾ ਜਨ ਹਰ ਵਕਤ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਕੀਰਤਨ ਦੇ ਆਸਰੇ ਜਿਉਂਦੇ ਨੇ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਸੋ ਉਹ ਜਿਹੜੇ ਸੰਤ ਮਹਾਤਮਾ ਜਨ ਦਿਆਲੂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਉਧਾਰ ਦਿੱਤੇ ਹਨ। ਜਾਂ ਇਸੇ ਪ੍ਰਕਾਰ ਜਿਨ੍ਹਾਂ ਸੰਤ ਜਨਾਂ ਨੂੰ ਗੋਪਾਲ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਹੈ, ਉਹ ਹੋਰਨਾਂ ਜੀਵਾਂ ਨੂੰ ਵੀ ਦਿਆਲੂ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਦੇ ਕੇ ਸੰਸਾਰ ਸਮੁੰਦਰ ਤੋਂ ਉਧਾਰ ਦਿੰਦੇ ਹਨ। ਨਿਰਮਲੰ ਸੰਤ ਸਗੇਣ, ਸੋ ਜੋ ਮਹਾਤਮਾ ਜਨਾਂ ਦੀ ਸੰਗਤ ਹੈ, ਹੋਰਨਾਂ ਜੀਵਾਂ ਦੇ ਚਿੱਤ ਨੂੰ ਵੀ ਨਿਰਮਲ ਪਵਿੱਤਰ ਕਰਦੀ ਹੈ। ਓਟ ਨਾਨਕ ਪਰਮੇਸ਼ਰ ਹੈ। ਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਹਨਾਂ ਸੰਤਾਂ ਨੇ ਕੇਵਲ ਇੱਕ ਪਰਮੇਸ਼ਰ ਦੀ ਓਟ ਟੇਕ ਫੜੀ ਹੋਈ ਹੈ, ਉਹਨਾਂ ਸੰਤ ਮਹਾਤਮਾ ਜਨਾਂ ਦੀ ਸੰਗਤ ਹੋਰਨਾਂ ਜੀਵਾਂ ਦੇ ਚਿੱਤ ਨੂੰ ਵੀ ਨਿਰਮਲ ਪਵਿੱਤਰ ਕਰ ਦਿੰਦੀ ਹੈ। ਗੜਾਵਲ ਮਹੱਲਾ ਪੰਜਵਾ। ਪਿੰਗਲ ਪਰਬਤ ਭਾਰ ਭਰੀ ਕੜ ਚਤੁਰ ਕੀਤਾ, ਅੰਦਰ ਵੇਤਰ ਭਵਨ ਸੂਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੀ ਮੀਤ, ਮੈਲ ਕੋਈ ਕੋੜਗ ਹਰੇ ਨਿਰਮਲ ਭਏ ਚੀਤਾ। ਐਸੀ ਸੰਤਾਂ ਸਾਧੂਆਂ ਦੀ ਸੰਗਤ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੈ, ਸਾਖਤਕਾਰੀ ਕੰਬਰੀ ਤੋਏ ਹੋਏ ਨਾ ਸੇ। ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹੋ, ਸਾਖਤ ਸੰਗ ਨ ਕੀਜੀਐ ਜਾਤੇ ਹੋਏ ਉਦਾਹੋ। ਜਿਹੜੀ ਸੰਤਾਂ ਦੀ ਸੰਗਤ ਹੈ, ਸੋ ਇਹ ਨਿਰਮਲ ਕਰ ਦੇਣ ਵਾਲੀ ਹੈ, ਚਿੱਤ ਇਕਾਗਰ ਕਰ ਦੇਣ ਵਾਲੀ। ਸਾਧ ਕੈ ਸੰਗ ਨਾਹੀ ਕਸ਼ਕਾਰ, ਦਰਸ਼ਨ ਗੇੜਤ ਹੋਤ ਨਿਹਾਲ। ਸੋ ਇੰਝ ਜਿਨ੍ਹਾਂ ਨੇ ਕੇਵਲ ਪਰਮਾਤਮਾ ਦੀ ਓਟ ਫੜੀ ਹੈ, ਉਹਨਾਂ ਦੀ ਸੰਗਤ ਮਿਲਣੀ ਬੜੀ ਕਠਿਨ ਦੁਰਲਭ ਹੈ। ਜਿਹਨੂੰ ਮਿਲ ਜਾਵੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਚੰਦਨ ਚਾਂਦਨ ਸਰਦ ਰੋਤਾ, ਸੰਸਾਰੀ ਲੋਕ ਭਾਵੇਂ ਚੰਦਨ ਚੰਦ ਚੰਦਰਮਾ ਨੂੰ ਤੇ ਸਰਦ ਠੰਡੀ ਰੁੱਤ ਨੂੰ ਸੀਤਲ ਕਹਿੰਦੇ ਹਨ। ਮੂਲ ਨ ਮਿਟਾਈ ਕਾਮ, ਪਰ ਇਹ ਚੀਜ਼ਾਂ ਸੀਤਲ ਨਹੀਂ ਹਨ, ਕਿਉਂਕਿ ਚੰਦਨ ਨੂੰ ਰਗੜ ਕੇ ਲਗਾਉਣ ਨਾਲ, ਚੰਦਰਮਾ ਦੇ ਚੜ੍ਹਨ ਨਾਲ ਤੇ ਸਰਦ ਰੁੱਤ ਦੇ ਆਉਣ ਨਾਲ ਜੀਵਾਂ ਦੀ ਅਗਿਆਨ ਰੂਪ ਸੂਰਜ ਕਰਕੇ ਜਿਹੜੀ ਤ੍ਰਿਸ਼ਨਾ ਰੂਪ ਧੁੱਪ ਦੀ ਕਾਮ ਤਪਸ਼ ਹੈ, ਇਹ ਮੂਲ ਕਦਾਚਿਤ ਵੀ ਮਿਟਦੀ ਨਹੀਂ ਹੈ। ਪਰ ਗੁਰੂ ਸਾਹਿਬ ਸ਼ਬਦ ਦੀ ਬਾਰਿਸ਼ ਪਾ ਕੇ ਤਖਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੀ ਪਾਈ।
ਤਪਦੇ ਸੜਦੇ ਭੁਜਦੇ ਸੰਸਾਰ ਵਿੱਚ ਠੰਡ ਪਾ ਦਿੰਦੇ ਹਨ। ਸੀਤਲ ਥੀਵੈ ਨਾਨਕ ਸੋ ਮਹਾਰਾਜ ਕਥਨ ਕਰਦੇ ਹਨ। ਜਪੰਦੜੋ ਹਰ ਨਾਮ ਗੁਰੂ ਜੀ ਕਥਨ ਕਰਦੇ ਕਿ ਹਰੀ ਪਰਮੇਸ਼ਰ ਦਾ ਨਾਮ ਜਪਣ ਵਾਲੇ ਪੁਰਖ ਦਾ ਜੋ ਹਿਰਦਾ ਹੈ ਉਹ ਠੰਡਾ ਠਾਰ ਹੋ ਜਾਂਦਾ। ਕਾਲ ਕਾਨਾ ਰੂਪੀ ਤਪਸ਼ ਉਹਨਾਂ ਦੀ ਵੜ ਜਾਂਦੀ ਹੈ। ਪੌੜੀ ਪੰਜਵੇਂ ਪਾਤਸ਼ਾਹ ਸਮਝ ਲਓ ਸ਼ਲੋਕ ਅਤੇ ਮਹੱਲੇ ਦੇ ਅਰਥ ਕਰ ਰਹੇ ਹਨ। ਪਾਤਸ਼ਾਹ ਫਰਮਾਉਂਦੇ ਨੇ ਚਰਨ ਕਮਲ ਕੀ ਓਟਾ ਸੰਤ ਜਨਾਂ ਨੇ ਪਰਮੇਸ਼ਰ ਦੇ ਚਰਨ ਕਮਲਾਂ ਦੀ ਓਟ ਟੇਕ ਲਈ ਹੈ। ਉਦਰੇ ਸਗਲ ਜਾਨ ਸਾਰੇ ਜਿੰਨੇ ਸੰਤ ਜਨ ਹਨ ਸੰਸਾਰ ਸਮੁੰਦਰ ਤੋਂ ਉਧਰ ਗਏ, ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਕਿਉਂਕਿ ਮਹਾਰਾਜ ਦਾ ਵਚਨ ਹੈ ਕਿ ਗੁਰ ਸੀਤਲ ਨਾਮ ਦਿਓ, ਤਪਤ ਕੜਾ ਹੈ ਬੁਝ ਗਇਓ, ਗੁਰ ਸੀਤਲ ਨਾਮ ਦਿਓ। ਜਦੋਂ ਦਾ ਮਹਾਰਾਜ ਨੇ ਠੰਡਾ ਠਾਰ ਵਾਹਿਗੁਰੂ ਨਾਮ ਬਖਸ਼ਿਆ, ਜਿਹੜਾ ਤਪ ਦਾ ਕੜਾਇਆ ਸੀ ਇਹ ਵੀ ਬੁਝ ਗਿਆ ਹੈ। ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਵਚਨ ਹੈ, ਜਿਵੇਂ ਕੋਡੇ ਰਾਖਸ਼ ਦਾ ਪ੍ਰਤੱਖ ਤਪ ਦਾ ਕੜਾਇਆ ਠੰਡਾ ਠਾਰ ਕਰ ਦਿੱਤਾ, ਇੰਝ ਜੋ ਵਿਕਾਰਾਂ ਦੀ ਅੱਗ ਦੇ ਨਾਲ ਇਹ ਸਰੀਰ ਦਾ ਕੜਾਇਆ ਤਪ ਰਿਹਾ ਸੀ। ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੀ ਬਾਰਿਸ਼ ਪਾ ਕੇ ਤਪਤ ਮਾਹੇ ਠੰਡ ਵਰਤਾਈ। ਵਚਨਾਂ ਮੁਤਾਬਕ ਸੜਦੇ ਹਿਰਦੇ ਵਿੱਚ ਠੰਡ ਵਰਤਾ ਦਿੱਤੀ ਹੈ। ਮਹਾਰਾਜ ਦੇ ਚਰਨ ਕਮਲ ਦੀ ਤਰ੍ਹਾਂ ਕੋਮਲ ਨਿਰਮਲ ਸੁਗੰਧੀ ਭਰਪੂਰ ਤੇ ਠੰਡਕ ਦੇਣ ਵਾਲੇ ਨੇ। ਜਿਨ੍ਹਾਂ ਨੇ ਵੀ ਓਟ ਟਿਕ ਲਈ ਹੈ ਉਹ ਸੰਤ ਜਨ ਸੰਸਾਰ ਸਮੁੰਦਰ ਤਰ ਗਏ ਹਨ। ਸੋਣ ਪ੍ਰਤਾਪ ਗੋਵਿੰਦ ਪ੍ਰਿਥਵੀ ਦੀ ਮੰਜ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਪ੍ਰਤਾਪ ਨੂੰ ਸੁਣ ਕਰਕੇ ਨਿਰਭਉ ਭਏ ਮਨ ਕਰਕੇ ਅਸੀਂ ਹੁਣ ਨਿਡਰ ਹੋ ਗਏ, ਨਿਰਭਉ ਹੋ ਗਏ ਹਾਂ। ਟੋਟ ਨ ਆਵੈ ਮੂਲਾ ਸੋ ਉਹਨਾਂ ਨੂੰ ਕਦਾਚਿਤ ਉੱਕਾ ਵੀ ਘਾਟਾ ਨਹੀਂ ਆਉਂਦਾ, ਭਾਵ ਘਾਟਾ ਨਹੀਂ ਪੈਂਦਾ। ਸੰਚਿਆ ਨਾਮ ਧਨ ਇਹਨਾਂ ਸੰਤ ਜਨਾਂ ਨੇ ਅੰਮ੍ਰਿਤ ਨਾਮ ਰੂਪ ਧਨ ਨੂੰ ਇਕੱਠਾ ਕਰ ਲਿਆ ਹੈ। ਉਹਨਾਂ ਨੂੰ ਕਦਾਚਿਤ ਉੱਕਾ ਵੀ ਘਾਟਾ ਨਹੀਂ ਆਉਂਦਾ ਪੈਂਦਾ। ਸੰਤ ਜਨਾ ਸਉ ਸੰਗ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਸੰਗਤ ਦਾ ਸਾਥ ਪਾਈਐ ਵੱਡਾ ਪੁੰਨ ਵੱਡੇ ਪੁੰਨਾਂ ਭਾਵ ਨਿਸ਼ਕਾਮ ਕਰਮਾਂ ਕਰਕੇ ਪਾਈਦਾ ਹੈ। ਸੋ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸੰਤਾ ਸੰਗਤ ਪਾਈ ਹੈ। ਜਿਤ ਜਮ ਕੇ ਪੰਥ ਨ ਜਾਈਐ ਉਸਾ ਹਰਿ ਕਾ ਨਾਮ ਲੈ, ਤੇਰੇ ਕੁਲੇ ਨ ਲਾਗੇ ਗਾਲ ਜੀਓ। ਆਠ ਪੈਰ ਹਰ ਧਿਆਏ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚੋਂ ਹੀ ਇਹ ਉਪਦੇਸ਼ ਮਿਲਦਾ ਹੈ ਕਿ ਅਠੇ ਪੈਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ। ਹਰ ਜਸ ਨਿਤ ਸੁਨ ਨਿਤ ਪ੍ਰਤੀ ਹਰੀ ਪਰਮੇਸ਼ਰ ਦੇ ਜਸ ਕੀਰਤਨ ਨੂੰ ਸੁਣਿਆ ਕਰੋ। ਫੇਰ ਲਿਵ ਲੱਗੇਗੇ ਅਠੇ ਪੈਰ ਇੱਕ ਤੇ ਲਵੈ ਮੰਨੀ ਨ ਹੁਕਮ ਅਕਾਲ। ਮਹਾਰਾਜ ਦਾ ਨਾਮ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ। ਅਠੇ ਪੈਰ ਨਾਮ ਨੂੰ ਧਿਆਓਏ ਤੇ ਵਾਹਿਗੁਰੂ ਦਾ ਜਸ ਕਥਾ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਵੀ ਕਰੋ। ਸਲੋਕ 18ਵਾਂ ਸ਼ਲੋਕ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਦੇ ਨੇ। ਦਇਆ ਕਰਣੰ ਦੁਖ ਹਰਣੰ ਸੰਤ ਜਨ ਸਭ ਤੇ ਮੇਲ ਦੀ ਦ੍ਰਿਸ਼ਟੀ ਕਰਦੇ ਰਹਿੰਦੇ ਹਨ। ਸਭ ਦੇ ਜਮਨ ਮਨ ਦੇ ਜਿਹੜੇ ਦੁੱਖ ਕਸ਼ਟ ਨੇ ਉਹ ਹਰਦੇ।
ਭਾਵ ਮਿਟਦੇ ਰਹਿੰਦੇ ਹਨ। ਉਚਰਣੰ ਨਾਮ ਕੀਰਤਨ ਹੈ। ਪਰਮੇਸ਼ਰ ਦੇ ਨਾਮ ਦਾ ਹਰ ਵਕਤ ਕੀਰਤਨ ਜਸ ਉਚਾਰਦੇ ਰਹਿੰਦੇ ਹਨ। ਦਇਆਲ ਪੁਰਖ ਭਗਵਾਨ ਹੈ। ਸੋ ਉਹਨਾਂ ਸੰਤ ਜਨਾਂ ਤੇ ਪੂਰਨ ਪਰਮੇਸ਼ਰ ਜਿਹੜਾ ਉਹ ਦਿਆਲੂ ਹੈ। ਨਾਨਕ ਲਿਪਤ ਨਾ ਮਾਇਆ। ਇਸ ਕਰਕੇ ਉਹ ਸੰਤ ਜਨ ਮਾਇਆ ਦੇ ਮੋਹ ਚੱਕਰ ਦੇ ਵਿੱਚ ਲਿਬੜਦੇ ਨਹੀਂ ਹਨ, ਜਾਂ ਉਹਨਾਂ ਨੂੰ ਮਾਇਆ ਲੁਭਾਈ ਮਨ ਨਹੀਂ ਕਰ ਸਕਦੀ ਹੈ। ਕਿਉਂਕਿ ਮਹਾਰਾਜ ਨੇ ਆਖਿਆ ਹੈ, ਆਪਣਾ ਗੁਰਬਾਣੀ ਦੇ ਵਿੱਚ ਬਚਨ ਹੈ, ਕਹਿੰਦੇ ਨੇ ਕਹੋ ਕਬੀਰ ਸੰਤਨ ਕੀ ਬੈਰਨ ਤੀਆਂ ਲੋਕ ਹੀ ਪਿਆਰੀ। ਜਿਹੜੀ ਤਿੰਨਾਂ ਲੋਕਾਂ ਦੇ ਵਿੱਚ ਪਿਆਰੀ ਲੱਗਣ ਵਾਲੀ ਹੈ, ਸੰਤਾਂ ਦੀ ਵੈਰਨ ਹੈ। ਭਾਵ ਸੰਤ ਉਹਨੂੰ ਦੁਰਕਾਰ ਦਿੰਦੇ ਨੇ, ਉਹਨੂੰ ਮੱਥੇ ਨਹੀਂ ਲਾਉਂਦੇ, ਅਤੇ ਮਹਾਰਾਜ ਦੀ ਕਿਰਪਾ ਨਾਲ ਉਹ ਬਚੇ ਰਹਿੰਦੇ ਨੇ। ਇਸੇ ਕਰਕੇ ਉਹਨਾਂ ਦਾ ਸੁਭਾਅ ਬੜਾ ਦਿਆਲੂ ਅਤੇ ਕਿਰਪਾਲੂ ਹੈ। ਜਿਹਦੇ 'ਤੇ ਵੀ ਦਇਆ ਦ੍ਰਿਸ਼ਟੀ ਕਰਦੇ ਹਨ, ਮਿਹਰ ਦੀ ਨਿਗਾਹ ਪਾਉਂਦੇ ਹਨ, ਉਹਦੇ ਜਮਨ ਮਨ ਦੇ ਦੁੱਖ ਪ੍ਰਤੱਖ ਜਿੰਨੇ ਵੀ ਦੁੱਖ ਹਨ ਉਹਨਾਂ ਨੂੰ ਮੇੜ ਦਿੰਦੇ, ਉਹਨਾਂ ਨੂੰ ਨਾਸ਼ ਕਰ ਦਿੰਦੇ ਹਨ। ਅਤੇ ਪਰਮੇਸ਼ਰ ਦੇ ਨਾਮ ਦਾ ਹਰ ਵਕਤ ਕੀਰਤਨ ਜਸ ਉਚਾਰਨ ਕਰਦੇ ਰਹਿੰਦੇ ਹਨ। ਜਿਹੜਾ ਵੀ ਸੰਤਾਂ ਦੀ ਸੰਗਤ ਵਿੱਚ ਆਉਂਦਾ ਹੈ, ਉਹਨੂੰ ਸੁੱਖ ਬਖਸ਼ ਕੇ ਦੁੱਖ ਕਲੇਸ਼ ਖਤਮ ਕਰਕੇ ਅਤੇ ਮਹਾਰਾਜ ਦੇ ਨਾਮ ਦੇ ਨਾਲ ਜੋੜਦੇ ਨੇ। ਉਹਨਾਂ ਸੰਤ ਜਨਾਂ ਦੇ ਕਿਉਂਕਿ ਪੂਰਨ ਭਗਵਾਨ ਅਕਾਲ ਪੁਰਖ ਵਾਹਿਗੁਰੂ ਦਿਆਲੂ ਜੋ ਹੋਇਆ, ਨਾਨਕ ਲਿਪਤ ਨਾ ਮਾਇਆ, ਜਿਸ ਕਰਕੇ ਉਹਨਾਂ ਦੇ ਉੱਪਰ ਜੋ ਮਾਇਆ ਦਾ ਪ੍ਰਭਾਵ ਸੀਗਾ ਉਹ ਅਸਰ ਨਹੀਂ ਕਰ ਸਕਦਾ, ਉਹਨਾਂ ਨੂੰ ਲੁਭਾਈ ਮਨ ਵੀ ਨਹੀਂ ਲੱਗੀ ਹੈ। ਦਇਆ ਕਰਣੰ ਦੁਖ ਹਰਣੰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦੇ ਉੱਪਰ ਦਇਆ ਮਿਹਰ ਦੀ ਦ੍ਰਿਸ਼ਟੀ ਕਰਦੇ ਹਨ। ਮਿਹਰ ਦੀ ਦ੍ਰਿਸ਼ਟੀ ਕਰਕੇ ਅਤੇ ਅਮੈ ਦ੍ਰਿਸ਼ਟ ਸ਼ੁਭ ਕਰੈ, ਮਾੜਿਆਂ ਨੂੰ ਚੰਗੇ ਬਣਾ ਦਿੰਦੇ। ਕਰੈ ਅਗ ਪਾਪ ਸਕਲ ਮਲ, ਸਾਰੇ ਪਾਪਾਂ ਦੀ ਮੈਲ ਨੂੰ ਨਾਸ਼ ਕਰ ਦਿੰਦੇ ਹਨ। ਆਮ ਗੁਰੂ ਦਿਆਲੂ ਮੋਹ ਵਸ ਕਰੈ ਸੰਗੈ ਬਲ। ਆਮ ਗੁਰੂ ਧਾਤ ਵਿੱਚ ਜਿੰਨੇ ਵੀ ਕਾਰਨ ਹਨ ਅਤੇ ਹੋਰ ਜਿੰਨੇ ਵੀ ਵਿਘਨ ਪਾਉਣ ਵਾਲੇ ਹਨ, ਸਾਰਿਆਂ ਨੂੰ ਵਸ ਵਿੱਚ ਅਧੀਨ ਕਰ ਲੈਂਦੇ। ਸਦਾ ਸੁਖ ਮਨ ਵਸੈ ਗੁਰ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਕੋਵੈ। ਹਮੇਸ਼ਾ ਸੁਖ ਮਨ ਵਿੱਚ ਵਸਦੇ, ਇਹ ਸੰਸਾਰ ਦੇ ਦੁੱਖ ਖਤਮ ਹੋ ਜਾਂਦੇ। ਗੁਰ ਨਾਮ ਨਿਤ ਦਰਿਆ, ਗੁਰੂ ਸਾਹਿਬ ਦਰਿਆ ਦੀ ਤਰ੍ਹਾਂ ਹੈ। ਕਿਤੇ ਗੁਰੂ ਜੀ ਨੂੰ ਸਮੁੰਦਰ ਲਿਖਿਆ, ਗੁਰੂ ਸਮੁੰਦਰ ਨਦੀ ਸਭ ਸਿੱਖੀ, ਨਾਤਾ ਜਿਤ ਵਡਿਆਈ। ਕਿਤੇ ਦਰਿਆ ਲਿਖਿਆ, ਗੁਰ ਦਰਿਆ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹੈ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੈ। ਮਹਾਰਾਜ ਨੇ ਡੰਗਰਾਂ ਤੋਂ ਸਾਨੂੰ ਦੇਵਤੇ ਬਣਾਇਆ, ਪਸ਼ੂ ਗਿਰਤੀ ਤੋਂ, ਪ੍ਰੇਤ ਗਿਰਤੀ ਤੋਂ। ਫਿਰ ਵੀ ਜੇ ਅਸੀਂ ਇਨਸਾਨ ਨਾ ਬਣੀਏ, ਗੁਰੂ ਸਾਹਿਬ ਦਾ ਉਪਦੇਸ਼ ਨਾ ਮੰਨੀਏ, ਹੋਰ ਪਾਸੇ ਦੌੜ ਭੱਜ ਕਰੀਏ ਤਾਂ ਬੁਰੀ ਬਾਤ ਹੈ। ਅਮੈ ਦੇਸ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਦਿਆਲੋ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਭੂਵੈ। ਗੁਰ ਨਾਮ ਨਿਤ ਦਰਿਆ, ਜਨਮ ਹਮ ਕਾਲ ਧੋਵੈ। ਜਿਵੇਂ ਜਲ ਵਿੱਚ ਇਸ਼ਨਾਨ ਕਰਨ ਦੇ ਨਾਲ ਕਾਲਖ ਲੈ ਜਾਂਦੀ ਹੈ, ਇਉਂ ਗੁਰੂ ਰੂਪੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਜੋ ਕਾਲਖ ਸੀ ਉਹ ਲੈ ਗਈ। ਸੁ ਕਹੁ ਢਲ ਗੁਰ ਸੇਵੀਐ, ਢਲ ਭੱਟ ਜੀ ਕਹਿੰਦੇ ਹਨ
कि जिहड़ा असी गुरुआं दे दर्शन करदा सेवना करदा अहनस सहज सुभाए दिन रात सदे सिद्ध इस तरह करदा है तां अहनस सहज सुभाए दर्शन बरसे गुरु कै मालिक दर्शन ते चरण बरसन करन दो जन्म मरण दुख जाए आम जिन्ने भी दुनियावी दुख ने वो पास को भी नहीं जमन मरण का जोड़ा दुख सब तो वड्डा है जिस बाबत कबीर जी ने आख्या है कि एक दुख राम है काटो मेरा अगन दह और गर्भ बसेरा सब तो वड्डा दुख है मर की अग में सड़ना पता नहीं सिलसिला चलिया आउंदा कई जन्म है कीट पतंगा कई जन्म का जमीन परंगा कई जन्म पांकी सरब होयो कई जन्म है वृक्ष जोयो मिल जगदीश मिलन की बरिया चिरं काले दे संजरिया कई जन्म सैर गिर करया कई जन्म गर्भ है करया कई जन्म साख कर उपाया लख 84 धोन परमाया सो इंज पता नहीं किन्नियां जन्मां दे विच असीं भटकदे आए हाँ सुखा होटल गुर सेवी ऐनस सहज सुभाए दर्शन बरसे गुरु का जन्म मरण दुख जाए महाराज सच्चे पातशाह जी ने शब्द कीर्तन सुना के दर्शन दे के बाणी सुना के ते जिहड़ा भी दर्शन करदा प्रसन करदा उहदे जमन मरण दे दुख मिटी जांदे ने खत्म करी जांदे हन ऐसे दीन दयाल पातशाह जी हन उच्चरण नाम कीर्तन है जो परमेश्वर के नाम का हर वक्त कीर्तन उचारदे रहिंदे गुरु साहिब जी हजूरी दे विच दयाल पुरख भगवान है दे उपर जिहड़ा अकाल पुरख भगवान है वो दया का घर कर दया करता है सो सबना जीना कट दाता सो मैं विसन ना जाए कहते सबना पर नज़र है तेरी किसे थोड़ी किसे है कनेरी भावना के मुताबिक वो सबना की कृपा करता है नानक लिपत ना माया जिहड़ी माया ने सारी दुनिया घुमा छड़ी है कबीर साहब जी कहते हैं कहो कबीर संतन की बैरन तीन लोग की प्यारी जिहड़ी तिन्ना लोगों की प्यारी लगन वाली है वो असी अपनी वैरन समझ के उन्होंने दुरकार दिता है तो इस प्रकार नानक लिपत ना माया वो संत जन माया के मोह भीषण के लिपटते नहीं उन्होंने माया लुभाईमान नहीं कर सकती है क्योंकि उन्होंने को परमेश्वर का नाम महाराज सच्चे पातशाह की बाणी वसती है पाहे बलंदड़ी बुझ गई सो इस प्रकार साध संगत जीओ दूसरा अर्थ श्रवण करो दया करणं दुख हरणं जिहड़े पुरख शरीर करके जीवन के उपर दया करते हैं क्योंकि सतगुरु जी का हुक्म है माघ मजन संग साधुआ धूड़ी कर स्नान हर का नाम ध्याए सोण सबना नो करदान जन्म कर्म मर उतर मन ते जाए गुमान काम क्रोध न मोहिय बिन से लोभ सुआन सच्चे मार्ग चलदिया उस्तत करी जहान 68 तीर सगल पुन जीय दया परवान नानक प्रभ शरणागति यूँ सो महाराज साहब सच्चे पातशाह जी ने जन्म कर्म मल उतर मनते जाए गुमान
ਕਾਮ ਕ੍ਰੋਧ ਨ ਮੋਹੀ ਹੈ, ਬਿਨਸੈ ਲੋਭ ਸੁਆਣ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁਨ ਜੀਏ ਦਇਆ ਪ੍ਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਨ ਕੁਰਬਾਨ, ਮਾਘ ਸੁੱਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮੇਰਾ। ਸੱਚੇ ਪਿੱਤਰ ਹੋਣ ਦਾ ਤੱਤ ਦੱਸਿਆ ਭਾਈ। ਪ੍ਰਤੱਖ ਸਰੀਰ ਦਾ ਇਸ਼ਨਾਨ ਕਰੇ, ਫਿਰ ਨਾਮ ਜਲ ਨਾਲ ਇਸ਼ਨਾਨ ਕਰਾਏ। ਹਰ ਨਿਰਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰੇ ਤੋਂ ਬਗੈਰ ਭਗਤੀ ਨਹੀਂ ਹੁੰਦੀ। ਇਸ ਲਈ ਹਰ ਕਾ ਨਾਮ ਧਿਆਏ, ਸੁਣ ਸਭਨਾਂ ਨੂੰ ਕਰਦਾਨ। ਸੋ ਹਰੀ ਦਾ ਨਾਮ ਧਿਆਵੇ ਸੁਣੇ, ਇਹ ਸਭਨਾਂ ਨੂੰ ਯਥਾ ਸ਼ਕਤ ਦਾਨ ਦੇਵੇ। ਤੇ ਜੀਏ ਦਇਆ ਪ੍ਰਵਾਨ, ਜੀਵਾਂ ਦੇ ਉੱਪਰ ਦਇਆ ਕਰੇ, ਪਰਉਪਕਾਰ ਕਰੇ, ਪੁੰਨ ਕਰੇ। ਇੰਝ ਜਿਹੜੇ ਪੁਰਖ ਵਾਹਿਗੁਰੂ ਵੱਲੋਂ ਸਰੀਰ ਨੂੰ ਪ੍ਰਾਪਤ ਕਰਕੇ ਤੇ ਪਰਉਪਕਾਰ ਕਰਦੇ ਰਹਿੰਦੇ, ਜਨ ਪਰਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇ, ਹਰ ਸਿਉ ਲੈਣ ਮਿਲਾਇ। ਸੋ ਇੰਝ ਸਾਰੇ ਜੀਵਾਂ ਦੇ ਉੱਪਰ ਮਹਾਰਾਜ ਦੇ ਨਾਮ ਦੀ, ਕੀਰਤਨ ਦੀ, ਧਰਮ ਪ੍ਰਚਾਰ ਦੀ ਬਾਰਿਸ਼ ਪਾ ਕੇ ਤੇ ਨਾਮ ਦਾ ਦਾਨ ਦਿੰਦੇ, ਨਾਮ ਦਾ ਛਿੱਟਾ ਮਾਰਦੇ। ਨਾਮ ਜਿਹੜਾ ਦ੍ਰਿੜ ਕਰਾਉਣਾ ਤਾਂ ਪੰਜਾਂ ਪਿਆਰਿਆਂ ਕੋਲ ਅਧਿਕਾਰ ਹੈ, ਪਰ ਸੰਤਾਂ ਦੀ ਡਿਊਟੀ ਲਾਈ ਹੈ। ਜਿਵੇਂ ਬਾਗ ਬਗੀਚਾ ਮਾਲੀ ਲਾ ਤਾਂ ਦਿੰਦਾ, ਪਰ ਉਹਨੂੰ ਡੇਲੀ ਪਾਣੀ ਪਾਉਣਾ ਪੈਂਦਾ ਹੈ। ਉੱਪਰ ਵੀ ਜੜ੍ਹਾਂ ਦੇ ਵਿੱਚ ਵੀ ਛੋਟੇ ਬੂਟਿਆਂ ਦਾ ਖਿਆਲ ਰੱਖਣਾ ਪੈਂਦਾ ਹੈ। ਕਿਉਂ ਇਹੋ ਜਗਵਾੜੀ ਮੇਰਾ ਪ੍ਰਭ ਮਾਲੀ, ਇਹ ਜਗ ਦੇ ਕਵਾੜੀ ਦੀ ਤਰ੍ਹਾਂ ਮੇਰਾ ਪਰਮਾਤਮਾ ਮਾਲੀ ਦੀ ਤਰ੍ਹਾਂ ਹੈ। ਸਦਾ ਸੰਭਾਲੇ ਕੋ ਨਹੀਂ ਖਾਲੀ, ਸਾਰੇ ਜੀਵਾਂ ਦੀ ਸੰਭਾਲ ਕਰਦਾ, ਕਿਸੇ ਨੂੰ ਵੀ ਖਾਲੀ ਨਹੀਂ ਰੱਖਦਾ ਹੈ। ਤੋ ਐਸਾ ਜਿਹੜਾ ਦਇਆ ਕਰਨ ਵਾਲਾ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ। ਉਹਦਾ ਨਾਮ ਜਪਦਿਆਂ ਹੋਇਆ ਉਹਦੇ ਗੁਣ ਸਰੀਰ ਦੇ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰ ਜਾਂਦੇ। ਜਿਵੇਂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਦਿ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਜਿਹੜਾ ਮੂਲ ਮੰਤਰ ਦਾ ਜਾਪ ਕਰਦਾ, ਜਿਹੜੇ ਵਾਹਿਗੁਰੂ ਦੇ ਸਰੂਪ ਭੂਤ ਤ੍ਰਿਸਤੀ ਲਕਸ਼ਣੀ ਦੇ ਵਿੱਚ ਲਿਖੇ ਨੇ, ਆਪਣੇ ਆਪ ਹੀ ਸਿਮਰਨ ਕਰਨ ਵਾਲੇ ਵਿੱਚ ਪ੍ਰਵੇਸ਼ ਕਰ ਜਾਂਦੇ। ਜੇ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸੋ ਜਿਹੜੇ ਮਹਾਰਾਜ ਦੀ ਅਦੁ ਵਾਹਿਗੁਰੂ ਦਾ ਨਾਮ ਜਪਦੇ, ਉਹ ਵੀ ਮਹਾਂਪੁਰਖ ਦਇਆ ਕਰਨ ਵਾਲੇ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ ਜਾਂਦੇ ਨੇ। ਸੋ ਉਹ ਹਮੇਸ਼ਾ ਹੀ ਜਮਨ ਮਨ ਦੇ ਦੁੱਖ ਨੂੰ ਨਾਸ਼ ਕਰਨ ਦੇ ਉਪਾਅ ਦੇ ਲੱਗੇ ਰਹਿੰਦੇ ਨੇ। ਉਚਰਨ ਨਾਮ ਕੀਰਤਨ ਹੈ, ਅਤੇ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਦੇ ਵਿੱਚ, ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਬੇਅੰਤ ਧਾਰਨਾ ਵਾਲਾ ਕੀਰਤਨ ਕਰਕੇ ਬੇਅੰਤ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ। ਇਹ ਕਿਸੇ ਨੂੰ ਸੁਣਾਉਣ ਖਾਤਰ ਨਹੀਂ, ਆਪਣੀ ਆਤਮਾ ਦੇ ਭਲੇ ਲਈ ਵੀ ਕੀਰਤਨ ਉਚਾਰਦੇ ਰਹਿੰਦੇ ਨੇ। ਦਿਆਲ ਪੁਰਖ ਭਗਵਾਨ ਹੈ, ਉਹਨਾਂ ਪੁਰਖਾਂ ਦੇ ਪਰਮੇਸ਼ਰ ਹਮੇਸ਼ਾ ਹੀ ਦਿਆਲੂ ਕਿਰਪਾਲੂ ਹੁੰਦਾ ਹੈ। ਨਾਨਕ ਲਿਪਤ ਨ ਮਾਇਆ, ਇਸ ਕਰਕੇ ਫਿਰ ਉਹਨਾਂ ਨੂੰ ਮਾਇਆ ਆਪਣੀ ਮੋਹ ਦੇ ਵਿੱਚ ਲੁਭਾਈਮਾਨ ਨਹੀਂ ਕਰ ਸਕਦੀ ਹੈ। ਪਾਹੇ ਬਲੰਦੜੀ ਬੁਝ ਗਈ, ਸੋ ਉਹਨਾਂ ਦੀ ਜਿਹੜੀ ਅੰਦਰ ਬਲਦੀ ਹੋਈ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਸੀ, ਉਹ ਨਾਮ ਰੂਪੀ ਜਲ ਦੇ ਨਾਲ ਬੁਝ ਗਈ, ਨਿਵਰਤ ਹੋ ਗਈ ਹੈ। ਜੋ ਪੜ ਪੜ ਅਗਨ ਸਾਗਰ ਦੀ ਲਹਿੜੀ ਪੜ ਦਜੇ ਹੈ ਮਨ ਮੁਕਤਾ ਹੈ। ਜਿੱਥੇ ਅਗਨ ਭਖੈ ਪੜਾ ਹੈ, ਜਿੱਥੇ ਅਗਨ ਭਖੈ ਪੜਾ ਹੈ, ਜਿੱਥੇ ਕਹਿੰਦੇ ਅੱਗ ਦੇ ਭੱਗ ਲੱਗਦੇ ਹਨ ਅਤੇ ਬਹੁਤ ਜ਼ਿਆਦਾ ਉੱਥੇ ਤਪਸ਼ ਹੈ।
ਧਰਤੀ ਤਾਂਬੇ ਦੀ ਹੈ। ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜੇ ਮਨ ਮੁਖਤਾਰ ਹੈ। ਸਮੁੰਦਰ ਦੇ ਵਿੱਚ ਵੀ ਅੱਗ ਬਲਦੀ ਹੈ ਜਿਹਦੇ 'ਚ ਮਨਮੁੱਖਾਂ ਦੇ ਸਿਰ ਝੋਂਕੇ ਜਾਂਦੇ ਹਨ। ਜਿਹੜੀ ਤਾਂਬੇ ਦੀ ਧਰਤੀ ਹੈ ਜਿੱਥੇ ਸੱਪ ਵੱਸਦੇ ਤੇ ਮਿੱਟੀ ਖਾਂਦੇ ਹਨ। ਇਹ ਤਸਕਰ ਜੋ ਨਾਮ ਨਾ ਲੀਵੈ ਵਾਸੈ ਕੋੜ 85। ਉਹ 50 ਕਰੋੜ ਧਰਤੀ ਜਿਹੜੀ ਦੇਵਤਿਆਂ ਲਗਾ ਲਈ ਸੀ ਮਹਾਰਾਜ ਤੋਂ, ਉਹ ਮਹਾਰਾਜ ਦਾ ਫਿਰ ਸ਼ਰਾਪ ਹੋ ਗਿਆ। ਇਹ ਸਾਖੀ ਨੂੰ ਪੂਰਾ ਕਰਨ ਵਾਸਤੇ ਫਿਰ ਉਹ ਤਾਂਬੇ ਦੀ ਧਰਤੀ ਕਹਿੰਦੇ ਇੱਕ ਸੂਰਜ ਦੀ ਵੇਖੋ ਕਿੰਨੀ ਖੁਸ਼ ਹੈ, ਉੱਥੇ ਹਜ਼ਾਰਾਂ ਹੀ ਸੂਰਜ ਚੜ੍ਹ ਪੈਂਦੇ ਪਤਾ ਨਹੀਂ ਕਿੱਥੋਂ। ਤੇ ਸਾਰੀ ਧਰਤੀ ਤਪਣ ਲੱਗ ਪੈਂਦੇ। ਜਿਹੜੇ ਨਾਮ ਨਹੀਂ ਜਪਦੇ ਉੱਥੇ ਸੱਪ ਬਣਾ ਕੇ ਧਰਤੀ 'ਤੇ ਡੇਗ ਦਿੱਤੇ ਜਾਂਦੇ। ਇਹ ਭੋਗੋ ਦੁੱਖ ਮਾਇਆ ਤ੍ਰਿਸ਼ਨਾ ਇਹ ਤਿਆਗਕ ਈਰਖਾ ਦੁਆਸ ਦੀ ਅੱਗ ਵਿੱਚ ਤੁਸੀਂ ਸੜਦੇ ਰਹੇ। ਜਿਉਂਦੇ ਜੀਵ ਸਰੀਰ ਦਿੱਤਾ ਸੀ ਨਾਮ ਜਪ ਕੇ ਸ਼ੀਤਲ ਹੋਣ ਲਈ, ਪਰ ਹਮੇਸ਼ਾ ਟਰਾਏ ਦੇ ਸੁੱਖ ਨੂੰ ਵੇਖ ਕੇ ਦੁਖੀ ਹੁੰਦੇ ਰਹੇ। ਲਓ ਤੁਹਾਡੇ ਕਰਮਾਂ ਦਾ ਫਲ। ਇੰਝ ਸੱਪ ਬਣਾ ਕੇ ਉੱਥੇ ਡੇਗੇ ਜਾਂਦੇ। ਹਰੀ ਹਨੂਰੀ ਵਗੇ ਮਾੜਾ ਮੋਟੀ ਉੱਥੇ ਮਿੱਟੀ ਜਾਵੇ ਤੇ ਕੁੰਡਲ ਮਾਰ ਕੇ ਬੈਠੇ ਰਹਿੰਦੇ। ਥੋੜ੍ਹੀ ਥੋੜ੍ਹੀ ਕਰਕੇ ਉਹਨੂੰ ਖਾਂਦੇ ਰਹਿੰਦੇ। ਹੋਰ ਕੋਈ ਉੱਥੇ ਖਾਣ ਦਾ ਸੋਰਸ ਨਹੀਂ ਹੈ। ਸੋ ਮਹਾਰਾਜ ਕਹਿੰਦੇ ਨੇ ਵੀ ਇਹੋ ਜਿਹੀ ਜਿਹੜੀ ਅੱਗ ਹੈ ਤਾਂਬੇ ਦੀ ਧਰਤੀ ਵਾਲੀ, ਜਿਹੜੀ ਸਮੁੰਦਰ ਦੀ ਬੜਵਾ ਨਾਲ ਲੱਗਣੀ ਹੈ, ਜਿੱਥੇ ਮਨਮੁੱਖਾਂ ਦੇ ਸਿਰ ਝੋਂਕੇ ਜਾਂਦੇ ਅਤੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਖੁਦ ਆਪ ਅੱਗ ਦੀ ਤਰ੍ਹਾਂ ਹੈ। ਸੋ ਸਾਧ ਸੰਗਤ ਜੀ ਜਿਹੜਾ ਪਾਪਾਂ ਨੂੰ ਦਲਿਤ ਕਰ ਦਿੰਦਾ ਹੈ, ਪਾਪਾਂ ਵਾਸਤੇ ਤਾਂ ਅੱਗ ਦੀ ਤਰ੍ਹਾਂ ਹੈ ਮਹਾਰਾਜ ਤੇ ਮਹਾਰਾਜ ਦਾ ਨਾਮ। ਇਹ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਬਲ ਰਹੀ ਹੈ ਉਹਨਾਂ ਵਾਸਤੇ ਮਹਾਰਾਜ ਤਖਤ ਖੜਾ ਵਜੋ ਸੀਤਲ ਨਾਮ ਦੀ ਸੀਤਲ ਠੰਡਾ ਠਾਰ ਚੰਦਨ ਤੋਂ ਵੀ ਠੰਡਾ ਹੈ। ਭਾਜੀ ਬੁਲੰਦੜੀ ਬੁਝ ਗਈ। ਸੋ ਜਿਹੜੀ ਨਰਕਾਂ ਦੀ ਅੱਗ ਸੀਗੀ ਮਰਨ ਤੋਂ ਬਾਅਦ ਜਿਹਦੇ 'ਚ ਪੈ ਕੇ ਮਨਮੁਖ ਸੜਦੇ ਹਨ। ਪੜ ਦਜੇ ਮਨਮੁਖ ਤਾਰ ਹੈ। ਪੜ ਪੜ ਅਗਨ ਸਾਗਰ ਦੀ ਲਹਿਰੀ ਪੜ ਦਜੇ ਮਨਮੁਖ ਤਾਰ ਹੈ। ਜਦੋਂ ਲੇਖਾ ਜੋਖਾ ਹੁੰਦਾ ਕਹਿੰਦੇ ਧੱਕਾ ਦੇ ਕੇ ਖੂਹ ਸੁੱਟ ਦਿੱਤਾ ਜਾਂਦਾ। ਜੀਵ ਆਤਮਾ ਕੁਰਬਲ ਕੁਰਬਲ ਕਰ ਰਹੀਆਂ ਨੇ, ਪਤਾ ਨਹੀਂ ਹਜ਼ਾਰਾਂ ਸਾਲ ਸੜਨ ਵਾਸਤੇ ਉੱਥੇ ਸੁੱਟ ਦਿੱਤੀਆਂ ਜਾਂਦੀਆਂ। ਸੋ ਇਹੋ ਜਿਹੀ ਜਿਹੜੀ ਅੱਗ ਹੈ ਜਮਨ ਮਰਨ ਦੀ, ਨਰਕਾਂ ਦੀ, ਈਰਖਾ ਦੁਆਸ ਦੀ, ਵੈਰ ਵਿਰੋਧ ਦੀ, ਉਹਨਾਂ ਗੁਰਮੁਖਾਂ ਦੀ ਆਪ ਮਹਾਰਾਜ ਨੇ ਬੁਝਾ ਦਿੱਤੀ ਹੈ। ਮਾਇਆ ਦੀ ਅੱਗ ਬੁਝਾ ਕੇ ਤੇ ਲੋਕ ਲੋਕ ਦੇ ਵਿੱਚ ਰਖੰਦੜੋ ਪ੍ਰਭ ਆਪ ਜਿਨ੍ਹਾਂ ਪਿਆਰਿਆਂ ਦਾ ਪਰਮੇਸ਼ਰ ਆਪ ਲੋਕ ਦੇ ਵਿੱਚ ਰਾਖਾ ਹੋਇਆ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਤ੍ਰਿਸ਼ਨਾ ਰੂਪੀ ਅੱਗ ਨਾਮ ਰੂਪੀ ਜਲ ਨਾਲ ਬੁਝ ਗਈ, ਨਿਵਰਤ ਹੋ ਗਈ ਹੈ। ਤ੍ਰਿਸ਼ਨਾ ਬੁਝੇ ਹਰ ਕੈ ਨਾਮ ਮਹਾ ਸੰਦੋਖ ਹੋਵੇ ਕੋਈ ਬਚਨੀ। ਪ੍ਰਭ ਸੁਣ ਲਾਗੇ ਪੂਰਨ ਧਿਆਨ। ਜੈਨ ਉਪਾਈ ਮੇਦਨੇ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਹੇ ਭਾਈ ਨਾਨਕ ਸੋ ਪ੍ਰਭ ਜਾਪ। ਮਹਾਰਾਜ ਸਾਹਿਬ ਖਤਮ ਕਰਦੇ ਕਿ ਉਸ ਪਰਮੇਸ਼ਰ ਦੇ ਜਾਪ ਨੂੰ ਮਨ ਬਾਣੀ ਅਤੇ ਸਰੀਰ ਕਰਕੇ ਜਪਣਾ ਕਰੋ। ਗੁਰਮੁਖੋ ਪੌੜੀ ਸਭ ਦੁਨੀਆ ਨੂੰ ਪੈਦਾ ਕੀਤਾ ਹੈ। ਜੈ ਮਾਤਾ ਜਾਂ ਜੈ ਮਸਤਾ ਇਹਦੇ ਕਹਿਣ ਦੀ ਬਜਾਏ ਪਰਮੇਸ਼ਰ ਦੀ ਜੈ ਉਚਾਰੀਏ। ਅਕਾਲ ਪੁਰਖ ਦਾ ਨਾਮ ਜਪੀਏ। ਜਿਹਨੇ ਦੇਵਤੇ ਵੀ ਬਣਾਏ ਨੇ, ਪੀਰ ਫਕੀਰ ਵੀ ਬਣਾਏ ਨੇ। ਕਿੰਨੇ ਸੰਤ ਸਾਧੂ ਮਸਤ ਮਲੰਗ ਉਹਦੇ ਦਰ 'ਤੇ ਦਰਬਾਨ ਜੀ ਖੜੇ। ਸੋ ਸੋਦਰ ਦੀ ਪੌੜੀ ਵਿੱਚ ਮਾਰ ਨੇ ਸਭਨਾਂ ਨੂੰ ਗਾਉਂਦਿਆਂ ਦਿਖਾਇਆ। ਸੋਦਰ ਕੀ ਹੈ ਸੋ ਕਰਦੀ ਹੈ ਜਿਤ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ ਕੀਤੀ ਬਾਵਨ ਹਾਰੇ।
केते राग पुरी सो कहियन केते गावन हरे गावे तोहनो कौन बाणी बैसंतर गावे राजा धर्म द्वारे गावे चित गुप्त लग जाने ले धर्म विचारे गावे ईश्वर ब्रह्मा देवी सोच दस बारे गावे इंद्र दासन बैठे देवते अंदर नावे गावे सिद्ध समाधि अंदर गावन साध विचार गावन जति सती संतोखी गावे वीर करारे गावन पंडित बन रखी सर जुग जुग वेदा नारे गावे मोहन यमन मोहन सुरगा मठ प्यारे गाँव रत्नों पाए तेरी 68 तीर्थ नारे गावे है जोध महाबल सूरा गावे खानी चारे गावे खंड मंडोर पंडा कर कर रखे तारे से ही तुदनो गावे जो तुद पावन रखे तेरे भगत सारे और कहते तुदनो गावन से मैं चेतना नानक जा विचारे सोई सोई सदा सच साहिब साचा सठी नाई है भी होसी जाए ना जैसी रचना जन रचाई रंगी रंगी भांति कर कर जैसी माया जन उठाई जो तिस पावे सोई करसी फिर हुक्म करना जाए सो पातशाह साहा पत साहिब नानक ग्रहण रजाई जिस वाहिगुरु ने सबना नूं पैदा किया ਉਹਦੀ ਅੱਗੇ ਮੰਗਣ ਨੂੰ ਹੱਥ ਜੋੜ ਖੜੀ ਸਭ ਹੋਈ ਸਾਰੀ ਸੱਜੀ ਹੱਥ ਜੋੜ ਕੇ ਮੰਗਣ ਨੂੰ ਖੜੀ ਹੋਈ ਉਹਦੇ ਗੁਣਾਂ ਨੂੰ ਗਾ ਰਹੀ ਹੈ ਜਾਪ ਉਹਦਾ ਕਰਨਾ ਚਾਹੀਦਾ ਹੈ ਮਨ ਬਾਣੀ ਸਰੀਰ ਕਰਕੇ ਨਾਨਕ ਸੋ ਪ੍ਰਭ ਜਾਪ ਆਸ਼ਾ ਜੀ ਕਥਨ ਕਰਦੇ ਨੇ ਕਹਿੰਦੇ ਨੇ ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ ਜੇ ਤੁਸੀਂ ਆਰਾਧਨਾ ਕਰਨੀ ਹੈ ਜਾਂ ਜਾਪ ਕਰਨਾ ਇਹ ਹਰੀ ਦੇ ਆਰਾਧਨਾ ਹੀ ਨਾਮ ਨੂੰ ਆਰਾਧਨਾ ਹੀ ਚੰਗਾ ਹੈ ਜਿਸ ਵਾਹਿਗੁਰੂ ਨੇ ਸਭ ਸ੍ਰਿਸ਼ਟੀ ਪੈਦਾ ਕੀਤੀ ਹੈ ਔਰ ਵਾਹਿਗੁਰੂ ਨਾਮ ਉਚਾਰਦਿਆਂ सब होंद विच आ गए नाम के थारे सगले जंत नाम के थारे खंड ब्रह्मांड नाम के थारे सिमरत वेद पुराण नाम के थारे सुनन ज्ञान ध्यान नाम के थारे सगले जंत क्यों महाराज सच्चे पातशाह के नाम के आसरे ही ने जिन्ने बड़े छोटे जी आ जाते हैं धरती की आकाश की गणधम्मा गगनहाया पानी की पौन की ये सब महाराज के नाम के वो आसरे टिकी हुई है उसी वाहिगुरु के नाम के जाप नो मन बाणी करके सीख करके जपना करो भाई पौड़ी पातशाह समझ लो इसे श्लोक के महले के अर्थ कर रहे हैं ਜਾਂ ਪ੍ਰਭ ਭਏ ਦਿਆਲ ਗੁਰਮੁਖ ਜਨਾਂ ਦੇ ਪਰਮੇਸ਼ਰ ਦਿਆਲੂ ਹੋ ਜਾਵੇ ਨਾ ਵਿਆਪੈ ਮਾਇਆ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ ਮਾਇਆ ਨਹੀਂ ਚੰਬੜਦੀ ਸੋ ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਨੇ ਕਿ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਤੇ ਜੋ ਗੁਰ ਦਿਓ ਤਾਂ ਮਿਲਿਆ ਮਹਾਰਾਜ ਜੋ ਗੁਰ ਦਿਓ ਤਾਂ ਉਤਰੈ ਪਾਰ ਜੋ ਗੁਰ ਦਿਓ ਕੰਧ ਨਹੀਂ ਹੈ ਜੋ ਗੁਰ ਦਿਓ ਦੇਹਰਾ ਫਿਰੈ ਜੋ ਗੁਰ ਦਿਓ ਤਾਂ ਛਾਪਰ ਛਾਈ ਜੋ ਗੁਰ ਦਿਓ ਸੇਜ ਨਕਸਾਈ ਜੋ ਗੁਰ ਦਿਓ ਤਾਂ 68 ਨਾਇਆ ਜੋ ਗੁਰ ਦਿਓ ਤਾਂ ਚੱਕਰ ਲਗਾਇਆ ਤੋ ਇੰਜ ਜੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਜਿਹੜੀ ਮਾਇਆ ਹੈ ਵਿਕਾਰ ਹਨ ਕੁਝ ਵੀ ਹੋ ਨਹੀਂ ਸਕਦਾ ਹੈ ਜਿਹਦੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਉਹਦਾ ਮਨ ਮਾਇਆ ਤੋਂ ਹਮੇਸ਼ਾ ਨਿਰਲੇਪ ਰਹਿੰਦਾ ਹੈ ਕੋਟ ਅਗਾ ਗਏ ਨਾਸ ਕਰੋੜਾਂ ਜਨਮਾਂ ਦੇ ਜਿਹੜੇ ਅਗਾ ਪਾਪ ਸਨ ਜਾਂ ਪਾਪਾਂ ਦੇ ਕੋਟ ਕਿਲੇ ਉਸਰੇ ਹੋਏ ਉਹ ਨਾਸ਼ ਨਸ਼ਟ ਹੋ ਗਏ ਹਨ ਹਰ ਇੱਕ ਤੇ ਆਇਆ ਇਹਨਾਂ ਨੇ ਇੱਕ ਮਨੁੱਖ ਚਿੱਤ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਕੋਟ ਅਗਾ ਸਭ ਨਾਸ਼ ਹੋਏ ਸਿਮਰਤ ਹਰ ਨਾਉ ਇੱਕ ਗੁਰਮੁਖ ਸੀਗਾ ਉਹਨੇ ਗ੍ਰੰਥਾਂ ਦੇ ਵਿੱਚ ਪੜ੍ਹਿਆ ਕਿ 40 ਦਿਨ
हर रोज़ 8 घंटे के हिसाब नाल जिवें बंदा दिहाड़ी करता है, 8 घंटे की दिहाड़ी होती है, इस तरीके के नाल जे रब के घर की दिहाड़ी की जाए एक काम के रूप में जान के, ये साडा काम ही महाराज का नाम जपना है। मजदूरों का काम इट्टा ढोना, मिस्त्री का काम सीमेंट लाना, लुहार का काम लोहा कुटना, मास्टर का काम बच्चे पढ़ाना। तो इस तरह तरखान का काम है लकड़ का काम करना, पेंटर का काम है पेंट करना, लंगर वाली का काम है लंगर बनाना, बजाज का काम है कपड़ा बेचना। तो साध संगत जी हो, पाठी का काम है पाठ करना, कीर्तनिया का काम है कीर्तन करना। पर जोड़े संत ने असी बाणी पढ़ते हाँ तो अर्थ समझाते हैं, पर जोड़े संत ने उन्होंने बाणी के अर्थों को समझ के कमाया है। बोलना सौखा है, पढ़ना भी सौखा है, सुनाना तो सुनना भी सौखा है, पर पता उदों लगता है जो कंध वाल मूँह करके चौंकड़ा मारना पे, छाती नींदर पै जाती, या कोई काम चेते आ जाता, या कोई शरीर ही दुखन लग पैंदा, कल ढुगा के घेर लेंदा है, तो कोई ना कोई मुश्किल खड़ी हो जाती, कोई विघन पै जाता। कमाई करनी सब तो औखी है। महाराज ने कहा जिन सेविया दिन पाया मान, नानक गागिया गुणे निधान। पंच प्रमाण पंच प्रधान, पंजे पावे दरगह मान। जे दरगाह के विच मान पाना होवे, इज्जत पानी होवे, तां कहण वाला या सुनने वाला या बोलण वाला या कुछ इस तरह की कलाकारी वाला बंदा नहीं प्रमाण हुंदा। प्रमाण हुंदे ने कमाई वाले, जिहड़े टौर टपके तो बच के ते साध मरादी रह के नंगे धड़ ते जो मिल गया सो छक के बाबे फरीदवान संतोखी रह के गुजारा करने वाले, ते गुरु तेग बहादुर वांग माया तो नलेप रह के देखो 27 साल महाराज भोरे च बड़े रहे। एक परमात्मा एक गुरु होने के बावजूद भी उन्हें इन्ना तप करके दिखाया कि परमात्मा को पाने लई बंदगी की लोड़ है। अजकल दुनिया में एको ही गल है, एको ही काम है कि जीदा की फायदा, ओहदा की फायदा, सरोवर चढ़ाने का की फायदा जी, बहुते जपजी साहब के पाठों का की फायदा जी। इस तरीके नाल कमाई तो सकने हैं। गल्लां करने वाले बहुते कहते गल्लां वाले हैं भनेरे, कमाई नहीं कोई करता। कमाई करनी औखी है, पर हुंदा कमाई वाला परवान है, गल्लां वाला नहीं। ज्ञान ना गल्लें टुटी है, कथ ना करड़ा साध। फरीद साहब जी कहते हैं कि गल्ली सो सज्जन भी है, गल्लां वाले तुहानूं भी सज्जन मिल पैणगे, पर एक टुटेंदी ना रहा। एक जिहड़ा सज्जन है कमाई वाला, वो मैं लभ रही हाँ, वो प्राप्त नहीं हो रहा। तो जो माली है गिले गोए की तरह मैं धुख रही हाँ, अंदरों अंदर सड़ कुछ नहीं, बाहर किसी को पता नहीं है। कारण दिन मांगरी, उस वाहिगुरु प्रिय परमात्मा के कारण वो प्राप्ति हो जाए, वो वास्ते मैं गिले गोए की तरह धुख रही हाँ। कमाई वाला नहीं कोई मिलता। भट्टा ने भी गुरु अर्जन साहब जी को साफ बेनती की, सच्चे पातशाह दुनिया बड़े रंगा रंगा की असी वेखी है, बड़े बड़े पखंडी लोग सानू मिले ने, वेखण नूं बहुत कुछ सीगा, पर जब अंदर गए तो कमाई तो सकने मिले। कहण मुताबिक संत ने, साधु ने, बाबा जी ने, पर कमाई धेले की भी नहीं। पैसा जिन्ना मर्जी आ जाए वो हजम कर जाना, डकार भी नहीं मारना, पर कमाई के पास भी नहीं लगे हुए। रहे वो संत हों डोर, साध वो तेरे डिठे,
सन्यासी तब सिय मुखों पंडित मिठे बरसे कहूँ विरुद्ध नो बरचो लायो कहते कहती सुनी रहत को खुशी ना कहण वाले बथेरे सुने पर रहनी ज़्यादा साने वेखी उन्हों की रहनी उची सुची कमाई वाली नहीं सी सकने सी खाली सी नाम भी होण सुने से मुका वो जड़े मूँह वाहिगुरु नाम तो सुनजे खाली सन संत की होया ते नंदिया चुगली गाली गलोच की होया भला सोई संत जे भावै राम संत गोबिंद का एक है कहाँ गोबिंद गाड़ा नहीं कढ़ता ये वो जड़ा संत है वही नाम जपदा है मारे बंदे नानक धूड़ मंगे ते सुगर सिख की इन्होंने को सिखा की चरण धूड़ी जिन्हें गाड़ा कढ़िया नंदिया की बुरा भला किया बिल्कुल नहीं जो आप जपै खबरे नाम जपावे जिहड़े मुखों भी वाहिगुरू कहते हिरदे च भी वाहिगुरू जपदे ते दूजियां नूं भी वाहिगुरू जपाउंदे संत की अवस्था है संत का काम की है जिवें मजदूर दिहाड़ी पाउंदा है कि संत 8 घंटे की दिहाड़ी के हिसाब नाल वाहिगुरू वाहिगुरू का जाप जपदा है 8 घंटे भी पिछे रह जाते हैं जे महाराज की कृपा हो जाए तो टाइम का तो गिनती का कुछ भी पता नहीं चलता दिन रात एक रस कंडी नहीं हो जिन्ना सास विरास न विसर हर नाम मन मंद धन से नानक पूर्ण सोई संत ते गोबिंद को काम है गोबिंद का काम है कि नाम जो दाता मुक्त को जियां मुक्त करना तो संत जपावे नाम संत का काम है आप जा नाम जपना तो दूजिया जियां नाम जपाना जिमें बाबा अतर सिंह साहब बाबा नंद सिंह जी महापुरख ने बेअंतां दा भला कीता सो महाराज सच्चे पातशाह के नाम बाणी के लड़ ला के उन्होंने संप्रदायां एवं नहीं चलदियां तां ही चल रही हैं सो पहला सवा घंटा तो 2.5 घंटे 24 घंटे के दसवंध के हिसाब नाल 2.5 घंटे बनते उहदे तो बाद फिर 3 घंटे 4 घंटे फिर 5 घंटे फिर 8 घंटे हौली हौली नित वधाई दा है जिहड़ा 8 घंटे के हिसाब नाल 40 दिन कहते वाहिगुरू का जाप जपे उन्होंने वाहिगुरू की प्राप्ति हो जाती है गुरमुख ने किसी ने इस तरह पढ़िया उन्हें यकीन कर लिया कई बार पढ़ के भरोसा भी नहीं आता उन्हें भरोसा कर लिया तो माड़ा पढ़ ली 8 घंटे के हिसाब नाल वाहिगुरू 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 बड़े प्यार के नाल जिन्ना उहदे कोल जोर लगा उन्हें लाया डेली 8 घंटे जपे 40 दिन पूरे कर ले पर महाराज के दर्शन होए कोई ना उन्होंने बड़ा गुस्सा आया कहने लगा भी सब ग्रंथ झूठे ने इन्हों लिखण वाले झूठे ने इस करके कोई होर गुमराह ना होवे मैं तो पढ़ के विश्वास कर लिया जे किसी के होर हथ आ गए वह टाइम खराब होगा फजूल की हर्जा करके इनू इं करिए कि ग्रंथ नूं पानी च रोड़ आई है उन्हें के सिर के उपर तो पानी च रोड़ गई दरिया के किनारे से चला गया एक बीत रात पूर्ण महापुरख ब्रह्म ज्ञानी श्वास ग्रास नाम जपन वाले जिन्हों की अवस्था हरख सोग ते रह नियारो नानी मान अपमाना जीवन मुक्तां वाली सी ते अंतरजामी सन उन्होंने बुलाया कहते प्रेमी हो रहा की कर लगा उत्थे बैठे भजन कर रहे थे कहते महाराज ग्रंथ रोड़न लगा हाँ कहते लिया दिखाता सही की लिखे इन्होंने कहते नहीं महाराज पढ़ियो ना सब झूठ है लिखण वाले भी झूठे ने कहते भाई इंज नहीं हो होंदा इंज नहीं कहीदा
कोई ना कोई गुण मिलता है धार्मिक ग्रंथों को पढ़ करके। इसलिए सो अग में साड़ देना या पानी च रोड़ देना या उही सुट कर देनी माड़ी गल। पढ़ना चाहिए, बच्चों को पढ़ाना चाहिए, अगर शिक्षा मिले। कहते नहीं महाराज होया कि बसे क्यों है? कहते जी ये लिखा सी कि 40 दिन 8 घंटे के हिसाब से नाम जपो तो वाहिगुरू की प्राप्ति हो जाती है। तो मैं जपिया तो मैनू ना कोई प्राप्ति हुई नहीं, इसलिए झूठे ने मैं सोचा कि मैं रोड़ दिया गाह कोई गुमराह ना होवे। कहते इंज कर साड़ी बेनती मनेगा? कहते हाँ दसो। ये ग्रंथों को साढ़े को रख दे कि 40 दिन होर जाप कर, एक चलीसा होर कर, मन टका के करी वीर बन गए कि असी गवाह हाँ तेनों महाराज जरूर मिलूगा। कहता अच्छा जी। वो पूर्ण ब्रह्म ज्ञानी सन, उन्होंने वचन का असर होया। फिर उन्हें चलीसा रख लिया, महाराज फिर नहीं मिलया। कह लगा संत जी तुम ही झूठा है, तुसी लोग रोटियां खाने वास्ते उगराही करने वास्ते पखंड करते हो, पल्ले तुहाडे भी कख नहीं। लिया बड़ा ग्रंथ इनू तो मैं रोड़ना तो तुम ही इतों उठ चलता लग। एवं झूठ नहीं बोलीदा, लोगों को मगर नहीं लाईदा, तो सच बोल के गुजारा करो। महापुरख निमरता दे विच रहे। कहते भाई गुस्सा नहीं करी ना, रब कर लिया किसी का एक ते ना गवाई। साढ़े कोल कर्म इहो जिहे हो सकते हैं जिस करके सानूं जल्दी प्राप्ति नहीं होंदी, पर महाराज इन्ना बेअंत है कि तिल मात्र भी किसी की कमाई को फजूल नहीं जान दिंदा। साडी बेनती मन के तू एक चलीसा होर कर 40 दिनों के हिसाब न तेनों 40 दिनों तो पहला महाराज जरूर मिलेगा। साध संगत जीओ पूर्ण महापुरुष सन, उन्होंने वचनों के ताकत सी। आम के बोल दे विच ऐसा असर नहीं होंदा, उहदे मन से असर होया। कीता कृपा हो ही जाए। जो ये कह रहे हैं पूरे यकीन के नाल कि मैं आखे लगा, जिथे 2 चलीसे लंघ गए उत्थे एक होर आपां कटदे हां। श्रद्धा भावना के नाल फिर वाहिगुरू 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 का जाप उन्हें प्रारंभ कर दिता। 8 घंटे के हिसाब नाल जी 20-25 दिन होए सी। महाराज सामने आके खड़ गए। कहते दस भाई गुरमुखा की तेरे मन की इच्छा है, तू की चाहता है? कहता जी वो गल तो मैं बाद च करूँगा, पहले मैनू ये दसो भी तुसी इन्नी लेट क्यों आए हो? ग्रंथों के विच तां लिखिआ है कि 40 दिन के बाद आपके दर्शन होंगे। तो फिर महापुरख ने कहा भी तू 40 दिन होर जाप, तो हम तीसरी बार तुसी आए हो, तो की कारण है इन्नी लेट क्यों दर्शन हुए? इसका जवाब दिओ, बाकी मैं बेनती बाद करूँगा। कहते भाई गुरमुखा इसका जवाब तेनों उही नदी दरिया के कंढे बैठे हुए संत महापुरख ही देंगे। वो ज्यों दौड़िया, कहता हाँ जी दसो संत जी इन्नी लेट महाराज क्यों मिले? कहते वेख गुरमुखा तेरे पुराने जन्मों के पाप इन्ने इकट्ठे हुए पे सन जो प्रभु के मिलाप के विच विघन पा रहे सी। पहले कलीसे नाल तेरे पिछले जन्मों के पाप सड़े, होर दुखियां नानक हत्या बड़े भयानक दुख चंबड़े होण, अनेकों हत्यावां का दोष लगा होवे, जन्म का रिद्रन जन्मा जन्मांतरा का दलिद्र, जन्मा जन्मांतरा की गरीबी गल पई होवे, महा दुखियाद बड़े बड़े वज्र पाप सिर पर चढ़े होण, और दुखी अनक हत्या जन्म दरिद्र दुखियाद बटंत सगल सिमरंत हर नाम नानक
ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਜਪਦੇ ਆ ਸਾਰੇ ਮਿਟ ਜਾਂਦੇ ਨੇ। ਜੇ ਤੁਸੀਂ ਕਹੋ ਵੀ ਇੰਨਾ ਕੁਛ ਕਿਵੇਂ, ਮਹਾਰਾਜ ਉਦਾਹਰਨ ਦਿੰਦੇ ਜੈਸੇ ਪਾਵ ਆਕਾਸ਼ ਭਸਮੰ ਕਰੋ। ਜਿਵੇਂ ਵੱਡਾ ਸਾਰਾ ਲੱਕੜਾਂ ਦਾ ਢੇਰ ਹੈ, ਅੱਗ ਓਨੀ ਨਹੀਂ ਚਾਹੀਦੀ, ਉਹ ਛੋਟੀ ਜਿਹੀ ਤੀਲੀ ਨਿੱਕੀ ਜਿਹੀ ਚੰਗਿਆੜੀ ਨਿੱਕਾ ਜਿਹਾ ਕੋਲਾ ਹੀ ਬਹੁਤ ਹੈ, ਉਹ ਤੋਂ ਹੀ ਅੱਗ ਧੁੱਕ ਧੁੱਕ ਕੇ ਅੱਗੇ ਦੀ ਅੱਗੇ ਵੱਧ ਗਏ ਅਤੇ ਲੱਕੜਾਂ ਦੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਉਂ ਮਹਾਰਾਜ ਦਾ ਨਾਮ ਇੱਕ ਕਿਣਕਾ ਹੀ ਬਹੁਤ ਹੈ। ਇੱਕ ਵਾਰ ਫਿਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕਿਣਕਾ ਏਕ ਜਿਸ ਜੀਅ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀ ਏਕ ਦਰਸ ਤੁਹਾਰੋ ਨਾਨਕ ਓਨ ਸੰਗ ਮੋਹਿ ਬੁਝਾਵੇ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਨ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ। ਇਕੱਲੇ ਕੋ ਨਹੀਂ ਹੁੰਦਾ, ਸਾਧ ਸੰਗਤ ਵਿੱਚ ਹੁੰਦਾ ਹੈ। ਸਾਧ ਸੰਗਤ ਜੀ ਉਹ ਝੂਠ ਨਹੀਂ ਲਿਖਿਆ ਹੋਇਆ। ਜਾਂ ਤਾਂ ਆਪਾਂ ਸਿਮਰਨ ਕਰਦੇ ਨਹੀਂ ਤਾਂ ਨਹੀਂ ਸਾਡੇ ਦੁੱਖ ਮਿਟੇ, ਅਤੇ ਜਾਂ ਫਿਰ ਕੋਈ ਫਰਕ ਰਹਿ ਗਿਆ ਹੈ, ਕੁਝ ਨਾ ਕੁਝ ਤਾਂ ਹੈ। ਨਹੀਂ ਤਾਂ ਇੰਨਾ ਕੁਝ ਸਾਨੂੰ ਮਿਲਣਾ ਚਾਹੀਦਾ ਸੀਗਾ ਜੇ ਸੱਚਮੁੱਚ ਆਪਾਂ ਮਹਾਰਾਜ ਦਾ ਸਿਮਰਨ ਕਰਦੇ ਹੋਈਏ। ਮਹਾਰਾਜ ਦੇ ਸਿਮਰਨ ਦੀ ਤਾਕਤ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਰਸੈ ਪੂਜਾ। ਇਹ ਸਭ ਕੁਝ ਮਹਾਰਾਜ ਦੇ ਸਿਮਰਨ ਦੀਆਂ ਬਰਕਤਾਂ ਦੇ ਨਾਲ ਹੁੰਦਾ ਹੈ। ਜਿੰਨਾ ਗੁੜ ਪਾਓ ਓਨਾ ਮਿੱਠਾ ਹੁੰਦਾ ਹੈ। ਤੋ ਜਿਵੇਂ ਇਕਾਗਰਤਾ ਬਣਦੀ ਹੈ ਤਿਵੇਂ ਤਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਜਦ ਉਹ ਇਕਾਗਰਤਾ ਬਣ ਜਾਏ ਫਿਰ ਇੱਕ ਛਿਣ ਵੀ ਇੱਕ ਕਿਣਕਾ ਵੀ ਬਹੁਤ ਹੈ। ਕਹਿੰਦੇ ਜੈਸੇ 8 ਸੈਕੰਡ ਦੀ ਕੀਓ ਜੋ ਕਿ ਚਾਰ ਚਲੇ जैसे असमेर जा गया भंग ठयो। जैसे कोट बरसता कुर्द मुखी बैसंतर में तन दादयो। उन अमृत नाम शेष थी जिन्हें एक बार श्री वाहिगुरु कहो। फिर तो सतनाम श्री वाहिगुरु का जाप जपण तो पुराने जन्मों के करोड़ों पाप दग्ध हो जाते। एक कृपा हुई दूजा दिन कटिया ਜਿਹੜੇ ਇਸ ਜਨਮ ਦੇ ਜਿੰਨੇ ਪਾਪ ਸੀਗੇ ਜਿਹਦੇ ਕਰਕੇ ਵਿਕਾਰਾਂ ਦੇ ਵਿੱਚ ਬੰਦਾ ਖਤਮ ਹੁੰਦਾ ਉਹ ਤੇਰੇ ਖਤਮ ਹੋਏ। ਅਤੇ ਤੀਸਰੇ ਦੇ ਨਾਲ ਮਨ ਦੀ ਇਕਾਗਰਤਾ ਬਣੀ ਹੈ, ਮਨ ਸ਼ੁੱਧ ਹੋ ਕੇ ਅਤੇ ਪ੍ਰਭੂ ਦੇ ਮਿਲਾਪ ਦਾ ਸਾਧਨ ਬਣਿਆ ਹੈ। ਮਹਾਰਾਜ ਕਿਤੇ ਗਿਆ ਨਹੀਂ ਹੋਇਆ, ਕਿਤੇ ਗਵਾਚਿਆ ਨਹੀਂ, ਕਿਤੇ ਦੂਰ ਨਹੀਂ ਆ ਵੀ ਜਿਹਨੇ ਉਹਨੇ ਆ ਕੇ ਸਾਨੂੰ ਮਿਲਣਾ। ਉਹਦਾ ਹਮੇਸ਼ਾ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਇਓ ਦੂਰ। ਦੂਰ ਨਹੀਂ ਮੇਰੋ ਪ੍ਰਭ ਪਿਆਰਾ ਨੇਰਾ ਨਹੀਂ ਦੂਰ। ਕਹਿੰਦੇ ਬੁੱਲੇ ਰੱਬ ਤੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਗੱਲ ਤਾਂ ਅਨੁਭਵ ਦੀ ਹੈ। ਅਨੁਭਵ ਪ੍ਰਕਾਸ਼ ਜਿਹੜਾ ਅਨੁਭਵ ਕਰਦਾ ਉਹਨੂੰ ਮਹਾਰਾਜ ਪ੍ਰਕਾਸ਼ ਬਖਸ਼ਦਾ ਹੈ। ਅਸੀਂ ਕਦੀ ਅੰਦਰ ਹੀ ਨਹੀਂ ਵੜੇ, ਬਾਹਰ ਹੀ ਲੋਕਾਂ ਨੂੰ ਵੇਖੀ ਜਾਈਦਾ ਵੀ ਫਲਾਣਾ ਕੀ ਕਰਦਾ, ਉਹ ਕੀ ਕਰਦਾ, ਕੀ ਕਰਦਾ। ਬੰਦਾ ਪੁੱਛੇ ਤੂੰ ਕੀ ਕੀਤਾ, ਦੂਜਿਆਂ ਦੇ ਨੁਕਸਾਂ ਨੂੰ ਕੱਢਦਾ ਹੈ, ਤੂੰ ਦੱਸਦੀ ਤੂੰ ਕੀ ਕੀਤਾ, ਕੁਛ ਨਹੀਂ ਕੀਤਾ। ਇਸ ਵਾਸਤੇ ਕਿਸੇ ਟੀਚਰ ਨੇ ਵਿਦਿਆਰਥੀਆਂ ਨੂੰ ਆਖਿਆ ਵੀ ਮੋਰ ਬਣਾਓ। ਕਿਸੇ ਨੂੰ ਬਣਾਉਣ ਦੀ ਜਾਚ ਨਾ ਆਈ। ਇਹ ਕਹਿੰਦਾ ਮਹਾਰਾਜ ਵੀ ਮੈਨੂੰ ਦੋ ਮੈਂ ਬਣਾਉਂਦਾ। ਕਹਿੰਦੇ ਚੱਲ ਬਣਾ। ਬੜਾ ਸੋਹਣਾ ਨੇ ਮੋਰ ਬਣਾ ਕੇ ਦਿਖਾਇਆ। ਟੀਚਰ ਕਹਿੰਦਾ ਵੀ ਹੁਣ ਇਹਦੇ 'ਚ ਨੁਕਸ ਕੱਢੋ। ਅਤੇ ਮੇਰੇ ਵਰਗੇ ਸਾਰੇ ਉੱਡ ਕੇ ਖੜੇ ਹੋ ਗਏ। ਪੈਨਸਲਾਂ ਦੇ ਪੈਨ ਨੂੰ ਮਾਰ ਮਾਰ ਕੇ ਉਹਦੀ ਹਾਲਤ ਹੀ ਵਿਗਾੜ ਸੁੱਟੀ, ਇੰਨਾ ਬੁਰਾ ਕਰਦੇ। ਪਤਾ ਹੀ ਨਹੀਂ ਲੱਗੇ ਵੀ ਬਣਿਆ ਕੀ ਹੈ। ਮਤਲਬ ਨੁਕਸ ਕੱਢਣ ਨੂੰ ਸਾਰੇ ਸ਼ੇਰ ਨੇ, ਕਰਨ ਵਾਲਾ ਕੋਈ ਵੀ ਨਹੀਂ ਹੈ। ਕਈ ਤਾਂ ਇੰਨੇ ਮੂਰਖ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਪੈਨ ਮਾਰੀ ਜਾਂਦੇ। ਸ਼੍ਰੋਮਣੀ ਕਮੇਟੀ ਦਾ ਅਸੂਲ ਹੈ ਕਿ ਜਿਹੜਾ ਪਾਠੀ ਹੈ ਜਾਂ ਗ੍ਰੰਥੀ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਣਾ, 3 ਚੀਜ਼ਾਂ ਉਹਦੇ ਕੋਲੋਂ ਖੋਹ ਕੇ ਰੱਖ ਲੈਂਦੇ ਨੇ। ਉਹਦੀ ਜੇਬ ਖਾਲੀ ਕਰ ਦਿੰਦੇ ਨੇ। 3 ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ।
एक बटुआ जिहदे च पैसे होण ते एक तां चमड़े का हुंदा 100 गलबात, दूजा मोबाइल ते तीसरा पैन। वो कई पैन फड़ के उवें नक्क च जां कंन च घसोड़ी जाणगे, कई खुरकी जाणगे, कई महाराज ते मारी जाणगे। पैन का मतलब की है जो लिखिया सो ठीक है, श्रोमणी कमेटी ने गलत थोड़ो लिखिया। इन्ने पंथ ने रल मिल के बाणी छापी है, साडा की मतलब होया इहनूं ठीक गलत करना कोई वड्डे आपां भाई गुरदास जम गए ठीक है। जो कोई वाध घाट तो मता पा के या निश्चय के नाल सलाह करके कोई पोथी तो वे शुद्ध करने का कोई हर्ज नहीं, पर एवें फजूल का पैन मारी जाना। सो इस वास्ते जे असीं अपना सवार लईए आप सवारे मैं मिले, ये नहीं मैं बाणी नहीं पढ़ते सिमरन नहीं करते, पर असीं विगड़े हुए हाँ, दूजिਆਂ ਨੂੰ सुधारन के चक्कर च पए हुए हैं। जिस दिन अपने आप को सुधार लिया, फरीद कहता भी आप सवारिया मैं मिले, मैं मिलिया सुख होए, फरीदा जे तू मेरा होए रहा सब जग तेरा होए। गज की कह दो सतनाम श्री वाहिगुरु जी। निर्मल भय शरीरा कोट अगा गए नास, जन्म के पाप नष्ट हो गए हन। हर एक ध्याया चित्त हो के हरि परमेश्वर के नाम को ध्याया है। निर्मल भय शरीरा उन्होंने शरीर उन्होंने मन तन निर्मल हो गया। जन धूरी नाया पुरखा ने परमेश्वर के भगत जना के चरण धूड़ी श्रद्धा नाल इशनान किया है। मन मज्जन संग साधुआ धूड़ी कर स्नान। मन तन भय संतोखा मन के तन शरीर संतुष्ट हो गया। पूरन प्रभ पाया परमेश्वर को न पा लिया है। तारे कटंब संग लोगा कुटुंब स्त्री तो वधिया परिवार आदਿਕ और संगत करने वाले लोग कुल सबाया बेगत हुई सारिया कुलों को उतार लिया। आप तरे धरीन सरिठा धन 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 जन आया, जिस प्रसाद सब जगत कराया। धन अमन का यह सुआओ, जन कै संग चित आवे नाओ। आप मुक्त मुक्त करे संसार, नानक किस जन को सदा नमस्कार। उन्होंने क्षमा करनी है जी, अगे दो समत बख्शने। मन तन भय संतोखा पूरन प्रभ पाया। तारे कटंब संग लोगा कुल सबाया। वाहिगुरु जी का खालसा वाहिगुरु जी की फतेह। रामगली महला तीजा आनंद को ओंकार। सदगुरु प्रसाद आनंद भया मेरी माँ